ਸਤਿ ਸ੍ਰੀ ਅਕਾਲ। ਤੁਸੀਂ ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਹੋ। ਸਿੱਧੇ ਸਵਾਲ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ। ਮੇਰੇ ਨਾਲ ਸਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ। ਗੱਲਬਾਤ ਕਰਾਂਗੇ ਕਿ ਕਿਸਾਨਾਂ ਨੇ ਜਿਹੜਾ ਇੱਕ ਸੱਦਾ ਦਿੱਤਾ ਹੈ, ਅਪੀਲ ਕੀਤੀ ਹੈ ਕਿ ਕੋਈ ਵੀ ਸਿਆਸੀ ਪਾਰਟੀ ਦਾ ਲੀਡਰ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਸਿਆਸਤ ਕਰਨ ਨਾ ਆਵੇ, ਉਹਨਾਂ ਨੂੰ ਵੜਨ ਦਿੱਤਾ ਨਹੀਂ ਜਾਵੇਗਾ। ਖਾਸ ਕਰ ਪਿੰਡਾਂ ਦੀ ਗੱਲ ਹੈ। ਹੋਰ ਖਬਰਾਂ ਨਾਲੋਂ ਨਾਲ ਹੋਣਗੀਆਂ। ਪ੍ਰੋਫੈਸਰ ਸਾਹਿਬ, ਸਵਾਗਤ ਹੈ ਤੁਹਾਡਾ ਲੋਕਰਾਣ ਚੈਨਲ ਪੰਜਾਬੀ ਤੇ। ਬਹੁਤ ਬਹੁਤ ਧੰਨਵਾਦ ਸੁਖਵਿੰਦਰ ਜੀ। ਵੈਸੇ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਕਿਸਾਨਾਂ ਦੇ ਇਸ ਫੈਸਲੇ ਨੂੰ? ਹਾਲਾਂਕਿ ਸਿਆਸੀ ਪਾਰਟੀਆਂ ਨੂੰ ਇਹ ਫੈਸਲਾ ਜਿਹੜਾ ਉਹ ਹਜ਼ਮ ਨਹੀਂ ਹੋ ਰਿਹਾ ਕਿ ਪਿੰਡਾਂ ਦੇ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਸਿਆਸੀ ਪਾਰਟੀਆਂ ਤੇ ਸੁਖਵਿੰਦਰ ਏਡੀ ਵੱਡੀ ਮੂਵਮੈਂਟ ਵੀ ਹਜ਼ਮ ਨਹੀਂ ਹੁੰਦੀ, ਕਿਉਂਕਿ ਦੋ ਕਿਸਮ ਦੀ ਰਾਜਨੀਤੀ ਸ਼ੁਰੂ ਹੋ ਗਈ ਹੈ। ਇੱਕ ਰਾਜਨੀਤੀ ਹੈ ਜਿਹੜੀ ਸਿਆਸੀ ਜਮਾਤਾਂ ਦੇ ਬਿਲਕੁਲ ਵਿਪਰੀਤ ਹੈ, ਉਹਦੇ ਉਲਟ ਹੈ। ਔਰ ਇਸੇ ਕਰਕੇ ਪਹਿਲੇ ਦਿਨ ਤੋਂ ਹੀ ਕਿਸਾਨ ਮੂਵਮੈਂਟ ਨੇ, ਜਿਹੜੀ ਕਿਸਾਨ ਅੰਦੋਲਨ ਨੇ, ਇਹਨਾਂ ਲੋਕਾਂ ਨੂੰ ਬਿਲਕੁਲ 100 ਗਜ ਦੀ ਦੂਰੀ ਤੇ ਰੱਖਿਆ ਕਿ ਤੁਸੀਂ ਸਾਡੇ ਨੇੜੇ ਵੀ ਨਹੀਂ ਫੜਕਣਾ। ਕਈਆਂ ਨੇ ਕੋਸ਼ਿਸ਼ ਕੀਤੀਆਂ, ਜਾਣੀ ਇਕੱਠ ਐਡੇ ਐਡੇ ਵੱਡੇ ਹੁੰਦੇ ਹੋਣ, ਐਡੀ ਵੱਡੀ ਮੂਵਮੈਂਟ ਹੋਵੇ ਔਰ ਉਹਦੇ ਅੰਦਰ ਸਿਆਸੀ ਲੋਕਾਂ ਨੂੰ ਕੋਈ ਜਗ੍ਹਾ ਨਾ ਮਿਲੇ, ਇਹਦੇ ਨਾਲੋਂ ਮੰਦਭਾਗੀ ਗੱਲ ਕੋਈ ਨਹੀਂ ਉਹਨਾਂ ਲਈ ਹੋ ਸਕਦੀ। ਤੇ ਇਹਦੇ ਨਾਲੋਂ ਨਿਰਾਸ਼ਾਜਨਕ ਗੱਲ ਵੀ ਉਹਨਾਂ ਲਈ ਕੋਈ ਨਹੀਂ ਹੋ ਸਕਦੀ। ਅੰਦਰੋਂ ਅੰਦਰੀ ਇੰਨੇ ਦੁਖੀ ਹੁੰਦੇ ਆ ਕਿ ਹੈ ਹੱਦ, ਅਸੀਂ ਏਡੇ ਵੱਡੇ ਲੀਡਰ, ਅਸੀਂ ਅਦਾਰੇ, ਅਸੀਂ ਮਿਨਿਸਟਰ, ਅਸੀਂ MLA, ਅਸੀਂ ਚੌਧਰੀ, ਤੇ ਇਹ ਕਿਸਾਨ ਆਪਣੇ ਆਪ ਚ ਕਿੱਥੋਂ ਨਵੇਂ ਚੌਧਰੀ ਜੰਮ ਪਏ ਸਾਡੇ ਬਰਾਬਰ। ਉਹਨਾਂ ਨੂੰ ਇਹ ਹਜਮ ਨਹੀਂ ਹੁੰਦੀ। ਪਰ ਸਵਾਲ ਇਹੀ ਹੈ ਕਿ ਦੋ ਕਿਸਮ ਦੀ ਰਾਜਨੀਤੀ ਬੜੀ ਸਾਫ਼-ਸਾਫ਼ ਆ। ਇੱਕ ਜਿਹੜੀਆਂ ਰਾਜਨੀਤਿਕ ਜਮਾਤ ਦੀ ਰਾਜਨੀਤੀ, ਜਿਨ੍ਹਾਂ ਨੇ ਸ਼ੁਰੂ ਦੇ ਵਿੱਚ ਜਦੋਂ ਦੇਸ਼ ਆਜ਼ਾਦ ਹੋਇਆ, ਭਾਵੇਂ 15-20 ਸਾਲ ਮਾੜਾ ਮੋਟਾ ਲੋਕਾਂ ਦਾ ਕੰਮ ਕੀਤੇ ਹੋਣ, ਪਰ ਜਿਹੜਾ ਪਿਛਲੇ 20-25 ਸਾਲ ਦਾ, ਖਾਸ ਕਰ 40 ਸਾਲਾਂ ਦਾ ਹੀ ਤੁਸੀਂ ਲਾ ਲਓ, ਉਦੋਂ ਬਾਅਦ ਤੇ ਲੁੱਟ ਘਸੋਟੀ ਆ, ਲੋਕਾਂ ਦਾ ਨਾਮ ਵਰਤਿਆ ਜਾਂਦਾ, ਲੋਕਾਂ ਦਾ ਬੇਵਕੂਫ ਬਣਾਇਆ ਜਾਂਦਾ। ਦੂਜੇ ਪਾਸੇ ਜਿਹੜੀ ਹੈ ਸਾਰੀ ਨੰਗੇ ਧੜ ਸਿੱਧਾ ਸ਼ਰੇਆਮ ਮੈਦਾਨ ਦੇ ਵਿੱਚ ਨਿੱਤਰ ਕੇ ਸਾਰੇ ਲੋਕ ਜੋ ਗੱਲ ਕਹਿਣੀ ਆ, ਰੋਜ਼ ਜਲਸੇ ਜਲੂਸ, ਇਹ ਛੋਟੀਆਂ ਗੱਲਾਂ ਨਹੀਂ ਹੈ। ਮੈਨੂੰ ਜੇ ਬਿਲਕੁਲ ਇਹਦੇ ਨੇੜੇ ਦਾ ਕੋਈ ਪੈਰਲਲ ਸੁੱਝਦਾ ਆ ਜੋ ਪੰਜਾਬ ਤੇ ਇਸ ਨਾਰਥ ਵੈਸਟ ਇੰਡੀਆ ਦੀ ਧਰਤੀ ਤੇ ਹੋ ਰਿਹਾ, ਉਹ ਫਰਾਂਸ ਦਾ ਜਿਹੜਾ ਇਨਕਲਾਬ, ਜਿਹਨੂੰ ਫ੍ਰੈਂਚ ਰੈਵੋਲੂਸ਼ਨ ਕਹਿੰਦੇ ਆ, ਉਹ ਇਸੇ ਤਰ੍ਹਾਂ ਹੀ ਸੀ। ਇੱਕ ਪਾਸੇ ਲੋਕ ਸੀ, ਇੱਕ ਪਾਸੇ ਮਹਾਰਾਣੀ ਸੀ, ਉਹਨਾਂ ਨੂੰ ਜਾਂ ਲੂਈਸ ਸੀਗਾ, ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਥੱਲੇ ਧਰਤੀ ਤੇ ਕੀ ਹੋ ਜਾਂਦਾ। ਇਹ ਰਾਜਨੀਤਿਕ ਪਾਰਟੀਆਂ ਵੀ ਇੰਨੀਆਂ ਆਪਣੀ ਸੱਤਾ ਦੇ ਨਸ਼ੇ 'ਚ ਅੰਨੀਆਂ ਹੋ ਚੁੱਕੀਆਂ, ਇਹਨਾਂ ਨੂੰ ਲੋਕਾਂ ਦੀ ਦੁੱਖ ਤਕਲੀਫ, ਬੇਰੁਜ਼ਗਾਰੀ, ਲਾਚਾਰੀ, ਜਿਹੜੀ ਬੇਪਤੀ ਹੁੰਦੀ ਆ ਦਫ਼ਤਰਾਂ ਦੇ ਵਿੱਚ, ਹੋਰ ਕਿਸਮ ਨਾਲ, ਹਰ ਤਰੀਕੇ ਦੇ ਨਾਲ, ਉਹ ਬਿਲਕੁਲ ਦਿਖਦਾ ਹੀ ਨਹੀਂ। ਪੂਰੇ ਥਿੱਕ ਸਕੇਂਡਿਆ ਆਪਣੀ ਦੁਨੀਆ 'ਚ ਰਹਿੰਦੇ ਆ। ਹਵਾਈ ਜਹਾਜ਼ਾਂ ਗੱਡੀਆਂ 'ਚ ਫਿਰਨਾ, ਸ਼ੀਸ਼ੇ ਵੀ ਹੁਣ ਤੇ ਬੰਦ ਕਰ ਲੈਂਦੇ ਆ। ਆਮ ਧਮਾਤੜ ਜਿਹੜਾ ਉਹ ਆਮ ਸਕੂਲਾਂ ਕਾਲਜਾਂ 'ਚ ਧੱਕੇ ਖਾਂਦਾ, ਆਮ ਸਰਕਾਰੀ ਹਸਪਤਾਲਾਂ 'ਚ ਧੱਕੇ ਖਾਂਦਾ, ਸਰਕਾਰੀ ਬੱਸ ਵਿੱਚ ਧੱਕੇ ਖਾਂਦਾ। ਇਹ ਇੱਕ ਦੋ ਕਿਸਮ ਦੀ ਦੁਨੀਆ ਤੇ ਦੋ ਕਿਸਮ ਦੀ ਰਾਜਨੀਤੀ ਸ਼ਰੇਆਮ ਬੜੀ ਸਾਫ਼ ਸੁਥਰੇ ਢੰਗ ਨਾਲ ਤੁਹਾਨੂੰ ਦੇਖਣ ਨੂੰ ਮਿਲਦੀ ਹੈ। ਕਿਸਾਨ ਲੀਡਰ ਜਿਹੜੇ ਆ ਜਾਂ ਕਿਸਾਨ ਮੂਵਮੈਂਟ ਹੈ, ਉਹ ਲੋਕ ਰਾਜਨੀਤੀ ਜਿਹੜੀ ਹੈ, ਜੋ ਲੋਕਾਂ ਦੀ ਆਵਾਜ਼ ਜਿਹੜੀ ਆ, ਉਸ ਦੀ ਰਾਜਨੀਤੀ, ਕਿ ਉਸ ਦੀਆਂ ਕੀ ਲੋੜਾਂ, ਉਹ ਕਿੱਥੇ ਆਪਣਾ ਹੋਕਾ ਦੇਣ, ਕਿੱਥੇ ਕੁੰਡਾ ਖੜਕਾਉਣ, ਕਿਹਨੂੰ ਲਾਗੇ ਲੱਗਣ ਦੇਣ ਤੇ ਕਿਹਨੂੰ ਲਾਗੇ ਨਾ ਲੱਗਣ ਦੇਣ। ਇਹ ਕਿਸਾਨ ਜਿਹੜਾ ਅੰਦੋਲਨ ਬਣਿਆ ਔਰ ਜਿਹੜਾ ਅੱਜ ਦੀ ਡੇਟ ਦੇ ਵਿੱਚ ਜਿਹਨੂੰ ਜਨ ਅੰਦੋਲਨ ਕਹਿੰਦੇ ਆ, ਇਹ ਦੋ ਬਿਲਕੁਲ ਪੈਰਲਲ ਧਰਾਵਾਂ ਦਾ ਅੰਦੋਲਨ ਹੈਗਾ। ਔਰ ਉਹ ਦੋਵੇਂ ਇੱਕ ਦੂਜੇ ਦੇ ਵਿਰੋਧ ਦੇ ਵਿੱਚ ਐਨ ਖੜੇ ਆ, ਜਿਵੇਂ ਮਹਾਭਾਰਤ ਦੇ ਯੁੱਧ ਵਿੱਚ ਦੋਵੇਂ ਆਪਸ ਵਿੱਚ ਫੌਜਾਂ ਆਮਣੇ ਸਾਹਮਣੇ ਖੜੀਆਂ ਸੀ। ਇਹੀ ਕਾਰਨ ਆ ਕਿ ਉਹਨਾਂ ਨੇ ਸਾਫ਼-ਸਾਫ਼ ਐਲਾਨ ਕਰ ਦਿੱਤਾ ਕਿ ਇਹ ਮਤ ਸੋਚੋ ਕਿ ਅਸੀਂ ਦਿੱਲੀ ਬੈਠੇ ਆ, ਅਸੀਂ ਦੂਰ ਚਲੇ ਗਏ ਹਾਂ, ਅਸੀਂ ਇਸ ਵੇਲੇ ਆਪਣੀ ਮੂਵਮੈਂਟ ਦੇ ਜਾਂ ਆਪਣੀਆਂ ਮੰਗਾਂ ਨੂੰ ਮਨਾਉਣ ਦੇ ਵਿੱਚ ਬੜੇ ਬਿਜ਼ੀ ਹੈਗੇ ਆ। ਔਰ ਇਸ ਲਈ ਉਹ ਇਹ ਸੋਚਣ ਲੱਗ ਜਾਣ ਕਿ ਜਿਹੜਾ ਮੈਦਾਨ ਆ ਚੋਣਾਂ ਦਾ, ਵੋਟਾਂ ਦਾ, ਅਸੀਂ ਸ਼ਾਇਦ ਇਹਨਾਂ ਲਈ ਖੁੱਲਾ ਛੱਡ ਦਿੱਤਾ। ਪੋਲੀਟੀਕਲ ਪਾਰਟੀਆਂ ਨੂੰ ਸੁਖਵਿੰਦਰ ਭੁੱਲਣਾ ਨਹੀਂ ਚਾਹੀਦਾ ਕਿ ਕਿਸਾਨ ਬਹੁਤ ਦੂਰ ਨਹੀਂ ਹੈਗੇ, ਉਹ ਬਿਲਕੁਲ ਨੇੜੇ ਆ। ਤੇ ਉਹ ਵੀ ਇਹ ਦੱਸਣਾ ਚਾਹੁੰਦੇ ਆ ਕਿ ਅਸੀਂ ਪੰਜਾਬ ਨੂੰ ਭੁੱਲੇ ਨਹੀਂ। ਇਸੇ ਕਰਕੇ ਚਿੱਠੀ ਜਿਹੜੀ ਰਾਸ਼ਟਰਪਤੀ ਨੂੰ ਦੇਣੀ ਹੈ, ਉਹ ਸਿੱਧੀ ਸਿੰਘੂ ਤੇ ਟਿੱਕਰੀ ਬਾਰਡਰ ਤੇ ਜਾਂ ਗਾਜ਼ੀਪੁਰ ਬਾਰਡਰ ਤੋਂ ਦਿੱਲੀ ਵੱਲ ਨੂੰ ਨਹੀਂ ਜਾ ਰਹੀ। ਉਹ ਇੱਥੇ ਕਿਸਾਨ ਲੀਡਰ ਆਉਣਗੇ, ਪੰਜਾਬ ਚ ਆਉਣਗੇ, ਗਵਰਨਰ ਨੂੰ ਚਿੱਠੀ ਦੇਣਗੇ, ਤਾਂ ਕਿ ਜਿਹੜੇ ਇੱਥੇ
ਕੁਝ ਰਾਜਨੀਤਿਕ ਜਮਾਤ ਦੇ ਲੀਡਰ ਆਪਣੇ ਆਜ਼ਾਦਾਨਾ ਤੌਰ ਤੇ ਚਾਂਬੜਾ ਪਾਉਂਦੇ ਫਿਰਦੇ ਆ ਕਿ ਸਾਡੇ ਲਈ ਮੈਦਾਨ ਖੁੱਲਾ ਛੱਡ ਦਿੱਤਾ। ਇਹ ਉਹਨਾਂ ਨੂੰ ਦੱਸਣ ਆਉਣਗੇ ਕਿ ਨਾ, ਅਸੀਂ ਅਜੇ ਬਿਜ਼ੀ ਆ, ਸਾਡੇ ਲਈ ਪ੍ਰਾਇੋਰਟੀ ਅਸੈਂਬਲੀ ਨਹੀਂ, ਸੱਤਾ ਨਹੀਂ। ਹਾਲਾਂਕਿ ਸੱਤਾ ਤੋਂ ਬਗੈਰ ਕੁਝ ਨਹੀਂ ਹੁੰਦਾ, ਉਹ ਬਿਲਕੁਲ ਇਹਦੀ ਮਹੱਤਤਾ ਸਮਝਦੇ ਆ। ਪਰ ਜੋ ਵਾਅਦਾ ਕਰਕੇ ਜੋ ਕੁਰਬਾਨੀਆਂ ਦਿੱਤੀਆਂ ਕਿਸਾਨਾਂ ਨੇ, ਪੰਜਾਬ ਦੇ ਨੌਜਵਾਨਾਂ ਨੇ, ਔਰਤਾਂ ਨੇ, ਹੋਰ ਕਰਮਚਾਰੀਆਂ ਨੇ, ਸਾਰੇ ਲੋਕਾਂ ਨੇ ਜਿਹੜੀਆਂ ਕੁਰਬਾਨੀਆਂ ਦਿੱਤੀਆਂ ਇਸ ਜਨ ਅੰਦੋਲਨ 'ਚ, ਉਹ ਉਸੇ ਤੇ ਬਿਲਕੁਲ ਇਕਾਗਰ ਹੋ ਕੇ, ਫੋਕਸ ਹੋ ਕੇ ਪਹਿਲਾਂ ਉਸ ਨੂੰ ਫਤਿਹ ਕਰਨਗੇ, ਫਿਰ ਉਹ ਧਿਆਨ ਪੰਜਾਬ ਦੇ ਜਾਂ ਬਾਕੀ ਫਰੰਟਾਂ ਵੱਲ, ਭਾਵੇਂ ਰਾਜਨੀਤਿਕ ਹੋਵੇ ਜਾਂ ਹੋਰ ਕੋਈ ਹੋਵੇ, ਉਦੋਂ ਬਾਅਦ ਉਹਦੇ ਬਾਰੇ ਸੋਚਣਗੇ। ਇਸ ਲਈ ਇਸ ਗੱਲ ਦਾ ਜਿਹੜਾ ਤੁਸੀਂ ਸਵਾਲ ਖੜਾ ਕੀਤਾ ਅੱਜ, ਕਿ ਉਹਨਾਂ ਨੇ ਕਿਹਾ ਕਿ ਅਸੀਂ ਸੂਬਿਆਂ ਜਾਂ ਸੂਬੇ ਦੇ ਅੰਦਰ, ਸ਼ਹਿਰਾਂ ਜਾਂ ਪਿੰਡਾਂ ਦੇ ਅੰਦਰ ਕਿ ਇਹਨਾਂ ਨੂੰ ਬਿਲਕੁਲ ਜਵਾਬਦੇਹੀ ਇਹਨਾਂ ਦੀ ਤੈਅ ਕਰਾਂਗੇ, ਔਰ ਇਹਨਾਂ ਦੇ ਨਾਲ ਬਾਈਕਾਟ ਹੋਵੇ ਜਾਂ ਕੀ ਰੂਪ ਹੋਵੇ, ਉਹ ਅਲੱਗ-ਅਲੱਗ ਰੂਪ ਅਲੱਗ-ਅਲੱਗ ਸਮੇਂ ਤੇ ਹੁੰਦੇ ਰਹਿਣਗੇ। ਉਹ ਕਿਉਂਕਿ ਇਹ ਡਿਪੈਂਡ ਕਰੂਗਾ ਕਿ ਜਿਹੜੇ ਲੀਡਰ ਹੈਗੇ ਉਹਨਾਂ ਦਾ ਐਟੀਟਿਊਡ ਕਿਸਾਨਾਂ ਪ੍ਰਤੀ ਕੀ ਹੈ। ਜੇ ਉਹਨਾਂ ਦਾ ਕਿਸਾਨਾਂ ਪ੍ਰਤੀ ਠੀਕ ਰਵੱਈਆ ਹੋਊਗਾ ਤਾਂ ਕਿਸਾਨ ਵੀ ਉਸ ਤਰੀਕੇ ਦੇ ਨਾਲ ਆਪਣਾ ਰਵੱਈਆ ਬਣਾਉਣਗੇ, ਆਪਣੀ ਸਟ੍ਰੈਟਜੀ ਬਣਾਉਣਗੇ। ਪਰ ਮੈਂ ਇੱਥੇ ਇੱਕ ਸਾਫ਼ ਗੱਲ ਦੱਸ ਦਿਆਂ, ਇੱਕ ਮੂਵਮੈਂਟ ਤੇ ਸਾਫ਼-ਸਾਫ਼ ਚੱਲਣ ਵਾਲੀ ਹੈ, ਜਿਹੜੀ ਆਪਾਂ ਅੱਗੇ ਵੀ ਗੱਲ ਕਰਦੇ ਹਾਂ ਔਰ ਬਾਰ-ਬਾਰ ਕਰਾਂਗੇ। ਲੋਕਾਂ ਦੇ ਮਨਾਂ ਦੇ ਵਿੱਚ ਇੱਕ ਗੱਲ ਬੜੀ ਉੱਭਰ ਕੇ ਸਾਹਮਣੇ ਆ ਗਈ ਆ, ਬੜੀ ਜ਼ਬਰਦਸਤ ਢੰਗ ਦੇ ਨਾਲ ਆਈ ਹੈ ਕਿ ਇੱਕ ਮੂਵਮੈਂਟ ਛਿੜੂਗੀ ਪੈਰਲਲ ਕਿਸਾਨਾਂ ਦੇ ਜਨ ਅੰਦੋਲਨ ਦੀ। ਜਿਹੜੀ ਰਾਜਨੀਤੀ ਹੈ, ਜਿਹੜੀ ਰਾਜਨੀਤਿਕ ਜਮਾਤ ਦੀ ਲੁੱਟ ਖਸੁੱਟ ਦੀ ਰਾਜਨੀਤੀ ਤੋਂ ਬਿਲਕੁਲ ਉੱਪਰ ਸਮਾਜ ਸੇਵਾ ਦੀ ਰਾਜਨੀਤੀ ਹੈ, ਲੋਕਾਂ ਨੂੰ ਬਚਾਉਣ ਦੀ, ਲੋਕਾਂ ਦੇ ਹੱਕਾਂ ਨੂੰ, ਲੋਕਾਂ ਦੇ ਸਵੈ-ਅਭਿਮਾਨ ਨੂੰ ਬਚਾਉਣ ਦੀ, ਉਹਨਾਂ ਦੀ ਭੁੱਖ ਨਾਲ ਜੁੜਦੀਆਂ ਮੰਗਾਂ ਨੂੰ ਸਾਕਾਰ ਕਰਾਉਣ ਦੀ ਜਿਹੜੀ ਰਾਜਨੀਤੀ ਹੈਗੀ, ਉਸ ਰਾਜਨੀਤੀ ਦਾ ਜਿਹੜਾ ਇੱਕ ਨਾਰਾ ਜ਼ਰੂਰ ਹੋਊਗਾ, ਜਵਾਬ ਦਿਓ, ਹਿਸਾਬ ਦਿਓ। ਜੋ ਉਹ ਬਾਰ-ਬਾਰ ਪੁੱਛਣਗੇ ਕਿ ਤੁਸੀਂ ਸਾਡੇ ਕੋਲ ਵੋਟਾਂ ਮੰਗਣ ਆਏ ਆ, ਸਾਨੂੰ ਜਵਾਬ ਦਿਓ, ਔਰ ਕੱਲੀ-ਕੱਲੀ ਗੱਲ ਦਾ ਹਿਸਾਬ ਦਿਓ ਕਿ ਤੁਹਾਡੇ ਕੋਲ ਇੰਨਾ ਪੈਸਾ ਕਿਵੇਂ ਚਲਾ ਗਿਆ, ਤੁਹਾਡੇ ਕੋਲ ਵੱਡੀਆਂ ਗੱਡੀਆਂ ਕਿਵੇਂ ਚਲੇ ਗਈਆਂ, ਤੁਹਾਡੀਆਂ ਕੋਠੀਆਂ ਜਿਹੜੀਆਂ ਵੱਡੀਆਂ ਕਿਤੇ ਬਣ ਗਈਆਂ। ਜਦੋਂ ਕੈਂਪੇਨ ਹੁੰਦੀ ਹੈ, ਸਰਕਾਰ ਕਹਿੰਦੀ ਹੈ ਅਸੈਂਬਲੀ ਦੇ ਵਿੱਚ 20 ਲੱਖ ਤੋਂ, ਇਲੈਕਸ਼ਨ ਕਮਿਸ਼ਨ ਕਹਿੰਦੇ ਕਿ ਵੱਧ ਖਰਚਾ ਨਹੀਂ ਕੀਤਾ ਜਾ ਸਕਦਾ, ਪਾਰਲੀਮੈਂਟ ਦੀ ਲਿਮਿਟ 70 ਲੱਖ ਰੁਪਏ ਤੋਂ ਵੱਧ ਖਰਚਾ ਨਹੀਂ ਕੀਤਾ ਜਾ ਸਕਦਾ। ਸਭ ਨੂੰ ਪਤਾ ਕਿ ਬਹੁਤ ਵੱਡੀਆਂ ਕਾਂਸਟੀਚੁਐਂਸੀ ਦੇ ਸੈਂਕੜੇ ਕਰੋੜਾਂ ਤੱਕ ਵੀ ਖਰਚਾ ਇੱਕ ਕਾਂਸਟੀਚੁਐਂਸੀ ਤੇ ਜਿਹੜੀ ਪ੍ਰੈਸਟੀਜੀਅਸ ਹੋ ਜਾਊਗਾ। 15-20 ਕਰੋੜ ਤੇ ਆਮ ਗੱਲ ਹੈਗੀ ਹੈ। ਇਹ ਕਿੱਥੋਂ ਪੈਸਾ ਆਉਂਦਾ? ਇਹ ਕਿ ਕੌਣ ਇਹਨੂੰ ਪੈਸੇ ਨੂੰ ਇੰਨੀ ਇਲੈਕਸ਼ਨ ਨੂੰ ਫੰਡਿੰਗ ਕਰਦਾ? ਇਹਦਾ ਰੈਪਰਕਸ਼ਨ ਜੋ ਵੀ ਹੁੰਦਾ, ਸਾਨੂੰ ਪਤਾ ਕਿ ਜਿਹੜੇ ਸਮਝਦਾਰ, ਮਿਹਨਤੀ, ਇਮਾਨਦਾਰ ਲੋਕ ਆ, ਉਹ ਇਲੈਕਸ਼ਨ ਦੇ ਸਿਸਟਮ ਚੋਂ ਬਾਹਰ ਹੋ ਗਏ ਆ। ਇਹ ਜੇ ਇਲੈਕਸ਼ਨ ਕਮਿਸ਼ਨ ਅੱਖਾਂ ਮੁੰਦ ਕੇ ਬੈਠਾ, ਕੇਂਦਰੀ ਸਰਕਾਰ ਇਹਨਾਂ ਸਾਰੀਆਂ ਗੱਲਾਂ ਤੋਂ ਅੱਖਾਂ ਮੁੰਦ ਕੇ ਬੈਠੀ ਹੈ, ਤਾਂ ਕੁਦਰਤੀ ਹੈ ਫਿਰ ਆਮ ਲੋਕ ਜਿਨ੍ਹਾਂ ਨੇ ਇਹ ਜਨ ਅੰਦੋਲਨ ਦਾ ਐਡਾ ਵੱਡਾ ਤੂਫਾਨ ਖੜਾ ਕੀਤਾ, ਉਹ ਇਹ ਗੱਲਾਂ ਪੁੱਛਣਗੇ ਸਾਰੀਆਂ ਕਿ ਸਾਨੂੰ ਹੁਣ ਜਵਾਬ ਦਿਓ। ਬੜਾ ਟਾਈਮ ਹੋ ਗਿਆ ਆਜ਼ਾਦੀ ਨੂੰ, ਹੁਣ ਅਗਲੇ ਸਾਲ 75 ਸਾਲ ਹੋ ਜਾਣੇ ਆ, ਔਰ ਇਹ ਬਹੁਤ ਹੈ 3/4 ਸੈਂਚੁਰੀ, ਬਹੁਤ ਜ਼ਿਆਦਾ ਲੰਮਾ ਸਮਾਂ ਆ, ਔਰ ਸਾਨੂੰ ਕੱਲੀ-ਕੱਲੀ ਦਾ ਹਿਸਾਬ ਦਿਓ ਵੀ ਕਿੱਥੋਂ ਕਿੰਨਾ ਲੁੱਟ ਖਸੁੱਟ ਕੀਤੀ ਹੈਗੀ। ਦੂਸਰੀ ਗੱਲ ਜਿਹੜੇ ਅੱਜ ਚਰਚਾ 'ਚ ਚੱਲ ਰਹੀ ਹੈ ਸੁਖਵਿੰਦਰ, ਜਿਹੜੀ ਕਿ ਜ਼ੋਰ ਫੜਨੀ ਚਾਹੀਦੀ ਹੈ, ਇਹ ਇਲਾਹਾਬਾਦ ਹਾਈ ਕੋਰਟ ਨੇ 3-4 ਸਾਲ ਪਹਿਲਾਂ ਇੱਕ ਫੈਸਲਾ ਕੀਤਾ ਸੀ, ਅਸੀਂ ਅੱਗੇ ਵੀ ਗੱਲ ਕਰ ਰਹੀ ਹੈ, ਇਹ ਬਾਰ-ਬਾਰ ਕਰਨੀ ਵਾਲੀ ਹੈ ਕਿ ਜਿਹੜੇ ਵੀ ਸਰਕਾਰੀ ਲੋਕ, ਜਾਣੀ ਭਾਵੇਂ ਉਹ ਪੁਲਿਸ ਦੇ ਅਫਸਰ ਹੋਣ, ਭਾਵੇਂ ਬਿਊਰੋਕ੍ਰੇਸੀ ਅਫਸਰਸ਼ਾਹੀ ਦੇ ਅਫਸਰ ਹੋਣ, ਭਾਵੇਂ ਚੀਫ ਮਿਨਿਸਟਰ ਹੋਵੇ, ਭਾਵੇਂ ਕੋਈ ਵੀ ਹੋਵੇ, ਵੱਡੇ ਤੋਂ ਵੱਡਾ ਸਰਕਾਰੀ ਖਜ਼ਾਨੇ ਚੋਂ ਤਨਖਾਹ ਲੈਣ ਵਾਲਾ, ਲਾਹਾ ਲੈਣ ਵਾਲਾ ਕੋਈ ਵੀ ਕਰਮਚਾਰੀ ਹੋਏ, ਅਫਸਰ ਹੋਏ, ਉਹ ਸਰਕਾਰੀ ਸਹੂਲਤਾਂ ਜਿਹੜੀਆਂ, ਭਾਵੇਂ ਉਹ ਐਜੂਕੇਸ਼ਨ ਆ, ਭਾਵੇਂ ਹੈਲਥ ਆ, ਇਹਦੇ ਬਾਰੇ ਉਹ ਉੱਥੋਂ ਲਵੇ। ਉਹਨਾਂ ਤੇ ਹਾਲਾਂਕਿ ਵਿਦਿਆ ਦੇ ਵਿੱਚ ਕਿਹਾ, ਉਹਨਾਂ ਤੇ ਸਿਰਫ ਸਿੱਖਿਆ ਦੇ ਵਿੱਚ ਕਿਹਾ। ਅਸੀਂ ਉਹਦੇ ਨਾਲ ਜੋੜ ਕੇ ਕਹਿੰਦੇ ਆ ਕਿ ਸਰਕਾਰੀ ਬੰਦਿਆਂ ਨੂੰ ਜੇ ਉਹਨਾਂ ਨੇ ਫ੍ਰੀ ਜਾਂ ਮੁਫਤ ਦਾ ਇਲਾਜ ਕਰਾਉਣਾ, ਉਹ ਸਰਕਾਰੀ ਹਸਪਤਾਲਾਂ 'ਚ ਹੋਊਗਾ। ਜੇ ਉਹਨਾਂ ਕੋਲ ਲੁੱਟ ਖਸੁੱਟ ਦਾ ਪੈਸਾ ਹੈਗਾ ਤੇ ਜਿੱਥੋਂ ਮਰਜ਼ੀ ਕਰਾਉਣ, ਸਰਕਾਰ ਉਹਨੂੰ ਰੀਇੰਬਰਸ ਨਹੀਂ ਕਰੂਗੀ ਲੱਖਾਂ ਰੁਪਈਆਂ ਦਾ। ਕੋਈ ਬਾਹਰ ਜਾ ਕੇ ਆਪਣੇ ਵਿਦੇਸ਼ਾਂ 'ਚ ਆਪਣੇ ਰਿਸ਼ਤੇਦਾਰਾਂ ਨੂੰ ਜਾਂ ਆਪਣੇ ਆਪ ਨੂੰ ਇਲਾਜ ਕਰਾਉਂਦਾ, ਕੋਈ ਕਿਤੇ ਜਾਂਦਾ, ਕੋਈ ਕਿਤੇ ਜਾਂਦਾ, ਕੋਈ ਇੱਥੇ ਪ੍ਰਾਈਵੇਟਾਂ ਦੇ ਖੁੱਲੇ ਲੁੱਟ ਮਚਾਈ ਹੋਈ ਹੈ। ਇਹਨਾਂ ਬੰਦਿਆਂ ਦੀ ਇਹ ਦਾਇਤਵ ਹੋਊਗਾ। ਲੋਕ ਮੰਗ ਕਰਨਗੇ, ਲੋਕ ਦਬਾਅ ਪਾਉਣਗੇ। ਇਹ ਦੇਖਿਓ ਤੁਸੀਂ, ਬਹੁਤ ਵੱਡੀ ਮੂਵਮੈਂਟ ਛੇੜਨ ਵਾਲੀ ਹੈ ਕਿ ਸਰਕਾਰੀ ਅਹੁਦੇਦਾਰ, ਭਾਵੇਂ ਉਹ ਸਰਪੰਚ ਹੋਵੇ,
ਭਾਵੇਂ ਤਹਿਸੀਲਦਾਰ ਹੋਵੇ, ਭਾਵੇਂ ਪਿੰਡ ਦਾ ਪਟਵਾਰੀ ਹੋਵੇ, ਭਾਵੇਂ ਟੀਚਰ ਹੋਵੇ, ਉਹ ਸਾਰੇ ਦੇ ਸਾਰੇ ਆਪਣੇ ਜਿਹੜੀਆਂ ਸੁੱਖ ਸਹੂਲਤਾਂ ਜੇ ਜਿਸ ਕਿਸਮ ਦੀਆਂ, ਭਾਵੇਂ ਉਹ ਵਿਦਿਆ ਦੀ ਗੱਲ ਹੈ ਉਹ ਸਰਕਾਰੀ ਕਾਲਜਾਂ 'ਚ ਮਿਲੂਗੀ, ਜੇ ਪ੍ਰਾਈਵੇਟ ਲੈਣੀ ਆ ਤੇ ਖਰਚਾ ਕਰੋ, ਫਿਰ ਕੋਈ ਤੁਹਾਡੀ ਕੰਪਨਸੇਸ਼ਨ ਨਹੀਂ ਹੈਗੀ। ਇਸੇ ਤਰੀਕੇ ਦੇ ਨਾਲ ਜੇ ਤੁਸੀਂ ਸਿਹਤ ਸੇਵਾਵਾਂ ਲੈਣੀਆਂ, ਪ੍ਰਾਈਵੇਟ ਦਾ ਕੋਈ ਮਤਲਬ ਨਹੀਂ ਹੈ, ਉਹ ਸਿਰਫ ਤੇ ਸਿਰਫ ਸਰਕਾਰੀ 'ਚ ਮਿਲਣਗੀਆਂ। ਇਸੇ ਤਰੀਕੇ ਨਾਲ ਤੀਜੀ ਗੱਲ ਇੱਕ ਹੋਰ ਵੀ ਜੁੜਦੀ ਹੈ, ਬਹੁਤ ਜ਼ਰੂਰੀ ਹੈ ਉਹ ਵੀ, ਕਿ ਇਹਨਾਂ ਨੂੰ ਜਿਹੜੀਆਂ ਵੱਡੀਆਂ ਵੱਡੀਆਂ ਗੱਡੀਆਂ ਲੈ ਕੇ ਮੋਟਾ ਤੇਲ ਦੇ ਝੂਠੇ ਬਿੱਲ ਫਲਾਨਾ ਟਮਕਾਣਾ, ਇਹ ਕਾਹਦਾ ਵੀ ਕਿਉਂ? ਇਹ ਸਰਕਾਰੀ ਬੱਸ ਜਿਹੜੀ ਹੋਊਗੀ, ਏਸੀ ਬੱਸ ਲੈ ਲੈਣ, ਉਹ 'ਚ ਸੀਟ ਹੁੰਦੀ ਹੈ, MLA ਦੀ ਸੀਟ ਲਿਖੀ ਹੁੰਦੀ ਹੈ, ਔਰਤਾਂ ਲਈ ਵੀ ਲਿਖੀ, ਉਹਦੇ 'ਚ ਬਹਿਣਗੇ ਤੇ ਮੁਫਤ ਮਿਲੂਗਾ। ਜੇ ਇਹਨਾਂ ਨੇ ਛੇਤੀ ਜਾਣਾ, ਕੋਈ ਬਹੁਤ ਦੂਰ ਜਾਣਾ, ਆਪਣੀ ਖਾਸ ਮੀਟਿੰਗ ਕਰਨੀ ਆ, ਪਾਰਟੀ ਦਾ ਕੰਮ ਕਰਨਾ ਸਰਕਾਰੀ ਖਰਚੇ ਤੇ, ਉਹ ਇਜਾਜ਼ਤ ਨਹੀਂ ਹੋਊਗੀ। ਉਹ ਆਪਣੀ ਗੱਡੀ ਜਾਣ, ਆਪਣੀ ਸਿਕਿਉਰਿਟੀ ਲੈ ਕੇ ਜਾਣ, ਕੋਈ ਪੁਲਿਸ ਇਹਨਾਂ ਦੇ ਨਾਲ ਨਹੀਂ ਜਾਊਗੀ। ਐਵੇਂ ਬਹਾਨਾ ਪਾ ਪਾ ਕੇ 10% ਪੁਲਿਸ ਤੇ ਇਹਨਾਂ ਨੇ ਘੇਰੀ ਪਈ ਆ, ਆਪਣੇ ਨਾਲ ਜੋੜੀ ਪਈ ਆ ਅਫਸਰਾਂ ਨੇ, ਤੇ ਜਿਹੜੇ ਸਾਡੇ ਹੋਰ ਬੰਦੇ ਆ, ਕਦੀ ਝੂਠੀ ਮੇਲ ਕਦੀ ਸੱਚੀ ਮੇਲ ਪਾ ਕੇ ਕਿ ਦੇ ਦਿਓ 2 ਬੰਦੇ ਸਿਕਿਉਰਿਟੀ ਦੇ ਦਿਓ 10 ਬੰਦੇ ਸਿਕਿਉਰਿਟੀ ਦੇ, XYZ ਕਿੰਨੀ ਕਿਸਮ ਦੀਆਂ, ਕੀ ਲੋਕਾਂ ਦੇ ਕੰਮ ਨਹੀਂ ਹੁੰਦੇ? ਇਹ ਜਿਹੜੇ ਕੰਮ ਆ, ਹੁਣ ਮੇਰਾ ਖਿਆਲ ਆਉਣ ਵਾਲੀਆਂ ਚੋਣਾਂ ਜਿਹੜਾ ਕਿਸਾਨਾਂ ਦੀ ਅਗਵਾਈ ਵਿੱਚ ਜਨ ਅੰਦੋਲਨ ਆ, ਇਹ ਪੂਰੇ ਸਵਾਲ ਹੋਣਗੇ ਔਰ ਉਹਨਾਂ ਤੇ ਦਬਾਅ ਪਾਇਆ ਜਾਊਗਾ ਕਿ ਜੇ ਤੁਸੀਂ ਸਰਕਾਰ ਦੇ ਖਜ਼ਾਨੇ ਚੋਂ ਆਪਣੀਆਂ ਸੁੱਖ ਸਹੂਲਤਾਂ ਸਾਰੀਆਂ ਲੈਣੇ ਆ ਤੇ ਸਰਕਾਰੀ ਅਦਾਰਿਆਂ 'ਚ ਹੀ ਤੁਹਾਨੂੰ ਵਿਦਿਆ, ਸਿੱਖਿਆ, ਹੋਰ ਜਾਂ ਇਲਾਜ ਜਾਂ ਟਰਾਂਸਪੋਰਟ ਉੱਥੇ ਹੀ ਮਿਲੂਗਾ, ਤੇ ਇਹਦੇ ਨਾਲ ਸੁਖਵਿੰਦਰ ਕੁਛ ਤੇ ਸੁਧਾਰ ਆਊਗਾ। ਜੇ ਉਹ ਕਦੀ ਬੱਸ 'ਚ ਬੈਠ ਕੇ ਦੇਖੂ ਟਰਾਂਸਪੋਰਟ ਮੰਤਰੀ, ਉਹਨੂੰ ਪਤਾ ਤੇ ਲੱਗੂ ਕਿ ਬੱਸ ਖੜਖੜ ਕੇ ਕਿਵੇਂ ਕਰਦੀ, ਕਿੱਥੇ ਰੁਕਦੀ, ਕੀ ਹੁੰਦੀ ਆ। ਜੇ ਆਪਣੇ ਹਸਪਤਾਲ 'ਚ ਜਾਣਗੇ ਤੇ ਜਦੋਂ ਉੱਥੇ ਪਤਾ ਲੱਗੂਗਾ, ਜਿਵੇਂ ਹੁਣ ਸਾਡੇ ਪਿਆਰੇ ਲਾਲ ਗਰਗ ਡਾਕਟਰ ਆ, ਖੁਦ ਡਾਕਟਰ ਆ, ਉਹਨੂੰ PGI 'ਚ ਜਦੋਂ ਐਡਮਿਟ ਹੋਏ ਤੇ ਜਾ ਕੇ ਕਰੋਨਾ ਜਦੋਂ ਉਹਨਾਂ ਨੂੰ ਹੋ ਗਿਆ ਸੀਗਾ, ਤੇ ਜਿਸ ਹਾਲ ਦਵਾਈ ਪਾ ਕੇ ਉੱਥੋਂ ਨਿਕਲੇ, ਉਹ ਕਹਿੰਦੇ ਹਾਏ ਤੋਬਾ, ਜਾਣੀ ਮੈਂ ਡਾਕਟਰ ਆ। ਉਹ ਰਜਿਸਟਰਾਰ ਰਹੇ ਆ ਬਾਬਾ ਫਰੀਦ ਯੂਨੀਵਰਸਿਟੀ ਦੇ। ਔਰ ਇਹੋ ਜਿਹੇ ਬੰਦਿਆਂ ਨੂੰ, ਇਸ ਲੈਵਲ ਦੇ ਬੰਦੇ ਜਦ ਨਿਰਾਸ਼ ਹੋ ਕੇ PGI ਵਰਗੇ ਇੰਸਟੀਟਿਊਸ਼ਨ ਚੋਂ ਨਿਕਲਦੇ ਆ, ਤਾਂ ਬਾਕੀ ਦੇ ਤਾਂ ਤੁਸੀਂ ਸਾਰਿਆਂ ਦਾ, ਆਮ ਜਨਤਾ ਦਾ ਤੇ ਹਿਸਾਬ ਲਗਾ ਲਓ। ਤੇ ਇਹ ਬੰਦਿਆਂ ਨੂੰ, ਜੇ ਉਹਨਾਂ ਨੇ ਪ੍ਰਾਈਵੇਟ ਜਾਣਾ, ਸਾਰਾ ਖਰਚਾ ਆਪ ਕਰਨ, ਜੇ ਪ੍ਰਾਈਵੇਟ ਇਹ ਕੰਮ ਜਿਹੜਾ, ਇਹ ਮੂਵਮੈਂਟ ਜਿਹੜੀ ਹੋਊਗੀ, ਇਹ ਚੱਲੂਗੀ ਔਰ ਇਹ ਉਸੇ ਮੂਵਮੈਂਟ ਦਾ ਹਿੱਸਾ ਹੋਊਗਾ। ਜਵਾਬ ਦਿਓ, ਹਿਸਾਬ ਦਿਓ। ਹਾਂਜੀ ਸੁਖਵਿੰਦਰ। ਬਿਲਕੁਲ ਬਿਲਕੁਲ ਪ੍ਰੋਫੈਸਰ ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਸੀ ਕਿ ਸਿਆਸਤ ਤੋਂ ਪਰੇ ਨਹੀਂ ਹੋਇਆ ਜਾ ਸਕਦਾ, ਸਿਆਸਤਦਾਨਾਂ ਤੋਂ ਅਸੀਂ ਪਾਸਾ ਵੱਟ ਸਕਦੇ ਹਾਂ ਕਿ ਇਹਨਾਂ ਨੂੰ ਨੇੜੇ ਨਾ ਲੱਗਣ ਦਈਏ, ਪਰ ਅਸੀਂ ਬਾਰ-ਬਾਰ ਇਸ ਗੱਲ ਉੱਤੇ ਜ਼ੋਰ ਦਿੰਦੇ ਹਾਂ ਕਿ ਕਿਸਾਨੀ ਅੰਦੋਲਨ ਨੂੰ, ਇਸ ਸਿਆਸਤ ਨੂੰ ਜਿਹੜਾ, ਜੇ ਇਹਨੂੰ ਸਾਫ਼ ਕਰਨਾ, ਇਹਦੇ ਵਿੱਚ ਕੁਝ ਬਦਲਾਅ ਲਿਆਉਣਾ ਤੇ ਉਹਨੂੰ ਥੋੜਾ, ਮਤਲਬ ਕਿ ਹਲੇ ਸਮਾਂ ਥੋੜਾ ਰਹਿ ਚੁੱਕਿਆ। ਸਾਰੇ ਇਹ ਚਾਹੁੰਦੇ ਨੇ ਕਿ ਸਪਸ਼ਟ ਕਰਨ, ਪਿੰਡਾਂ ਦੇ ਵਿੱਚ ਸਹਿਯੋਗ ਦੇਣ, ਪਿੰਡਾਂ ਦਾ ਏਕਤਾ ਕਰਨ, ਉੱਥੇ ਬਣਾ ਦੇਣ ਕਿ ਸਾਡਾ ਇਹ ਉਮੀਦਵਾਰ ਹੋਏਗਾ, ਇਹ ਸਾਡੀ ਅਗਵਾਈ ਕਰੇਗਾ, ਅਸੀਂ ਇਹ ਤੋਂ ਕੱਲ ਨੂੰ ਹਿਸਾਬ ਤੇ ਜਵਾਬ ਲੈਣਾ। ਹੁਣ ਤੱਕ ਜੋ ਕੁਝ ਸਿਆਸਤਦਾਨਾਂ ਨੇ ਕੀਤਾ, ਉਹਦੇ ਤੋਂ ਅਸੀਂ ਇੱਕ ਵਾਰੀ ਇਹ ਕਹਿ ਸਕਦੇ ਹਾਂ ਕਿ ਇੱਕ ਵਾਰੀ ਪਾਸਾ ਵੱਟ ਲਓ ਕਿ ਉਹਨਾਂ ਨੇ ਜੋ ਕਰਨਾ ਸੀ ਉਹ ਕਰ ਦਿੱਤਾ। ਅਸੀਂ ਸੁਧਾਰ ਦੇ ਲਈ ਕਿਸ ਤਰ੍ਹਾਂ ਅੱਗੇ ਵੱਧ ਸਕਦੇ ਹਾਂ? ਅਸੀਂ ਕਿੱਦਾਂ, ਇੱਕ ਹਲਕੇ ਦੇ ਵਿੱਚ ਕਿੰਨੇ ਪਿੰਡ ਹੁੰਦੇ ਨੇ, ਉਹ ਸਾਰੇ ਪਿੰਡ ਕਿੱਦਾਂ ਏਕਾ ਬਣਾ ਕੇ ਆਪਣਾ ਇੱਕ ਉਮੀਦਵਾਰ ਅੱਗੇ ਲਿਆ ਸਕਦੇ ਨੇ, ਤਾਂ ਕਿ ਉਸ ਤਾਕਤ ਨੂੰ ਆਪਣੇ ਹੱਥ ਦੇ ਵਿੱਚ ਰੱਖਿਆ ਜਾਵੇ, ਜਿਹਦੇ ਕਰਕੇ ਅਸੀਂ ਦਿੱਲੀ ਦੀਆਂ ਸਰਹੱਦਾਂ ਤੱਕ ਬੈਠੇ ਹਾਂ ਜਾ ਕੇ। ਇਹ ਬਿਲਕੁਲ ਠੀਕ ਹੈਗਾ ਆ। ਇਹ ਕੁਛ ਨਾ ਕੁਛ ਪੈਰਲਲ ਸਿਸਟਮ ਤੇ ਚਾਹੀਦਾ। ਇਹ ਕਿਸਾਨਾਂ ਦਾ ਇੱਕ ਰਾਜਨੀਤਿਕ ਕੜਿੱਕੇ 'ਚ ਫਸੇ ਹੋਏ, ਧਰਮ ਯੁੱਧ, ਧਰਮ ਸੰਕਟ ਦੇ ਵਿੱਚ ਫਸੇ ਹੋਏ ਆ। ਉਹ ਧਰਮ ਸੰਕਟ ਇਹ ਆ ਕਿਸਾਨ ਵੀਰ, ਕਿ ਜੇ ਉਹ ਇੱਧਰ ਨੂੰ ਮਾੜਾ ਜਿਹਾ ਵੀ ਧਿਆਨ ਦਿੰਦੇ ਆ ਰਾਜਨੀਤੀ ਵੱਲ, ਜਾਂ ਕਿੱਦਾਂ ਜਿਹੜਾ ਪੰਜਾਬ ਦਾ ਕੂੜੇ ਕਚੜੇ ਨੂੰ ਹੂੰਜਣ ਵੱਲ, ਤਾਂ ਵਿਰੋਧੀ ਪਾਰਟੀ ਜਾਂ ਖਾਸ ਕਰਕੇ ਜਿਹੜੀ ਕੇਂਦਰੀ ਸਰਕਾਰ ਆ, ਉਹ ਬਿਲਕੁਲ ਇੱਕਦਮ ਉਹਨਾਂ ਤੇ ਦੋਸ਼ ਲਾ ਦੂਗੀ ਕਿ ਦੇਖੋ ਇਹ ਤੇ ਆਈ ਰਾਜਨੀਤੀ ਕਰਨ ਸੀ। ਇਸ ਗੱਲ ਤੋਂ ਬਚਣ ਲਈ ਉਹ ਬਿਲਕੁਲ ਇਹਦੇ ਤੋਂ, ਇਸ ਰਾਜਨੀਤਿਕ ਗੱਲਾਂ ਤੋਂ, ਜਾਂ ਰਾਜਨੀਤੀ ਜਿਹੜੀਆਂ ਵੋਟਾਂ ਵਾਲੀ ਰਾਜਨੀਤੀ ਆ, ਉਹਦੇ ਤੋਂ ਪਾਸਾ ਪਲਟੀ ਬੈਠੇ ਆ। ਪਰ ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ। ਮੇਰਾ ਖਿਆਲ ਉਹਨਾਂ ਨੂੰ ਬੈਠ ਕੇ, ਜਿਹੜੇ ਖਾਸ ਕਰ ਮੁੱਖ ਲੀਡਰ ਹੈਗੇ, ਉਹਨਾਂ ਨੂੰ ਕੋਈ ਨਾ ਕੋਈ ਇੱਧਰੋਂ ਹੱਲ ਕੱਢਣ ਵੱਲ ਚੱਲਣਾ ਚਾਹੀਦਾ ਹੈ ਕਿ ਕੋਈ ਸਿਵਲੀਅਨਸ ਦਾ, ਜਿਹੜੇ ਪੰਜਾਬੀ ਹੋਰ ਹੈਗੇ ਆ, ਜਿਹੜੇ ਕਿਸਾਨ ਲੀਡਰ ਨਹੀਂ ਹੈਗੇ, ਸਿੱਧੇ ਤੌਰ ਤੇ ਕਿਸਾਨ ਲੀਡਰ ਨਹੀਂ, ਉਹਨਾਂ ਨੂੰ ਇਕੱਠੇ ਕਰਕੇ, ਉਹ 'ਚ ਰਿਟਾਇਰਡ IAS ਅਫਸਰ ਹੋ ਸਕਦੇ ਆ, ਰਿਟਾਇਰਡ ਜੱਜ ਹੋ ਸਕਦੇ ਆ, ਚੰਗੇ ਵਕੀਲ ਹੋ ਸਕਦੇ, ਚੰਗੇ ਡਾਕਟਰ ਹੋ ਸਕਦੇ ਆ, ਉਹਦੇ 'ਚ ਸੋਸ਼ਲ ਐਕਟੀਵਿਸਟ ਹੋ ਸਕਦੇ ਆ, ਉਹਦੇ 'ਚ ਹੋਰ ਵੀ
ਜਿਹੜੇ ਬਹੁਤ ਐਕਟਿਵ ਕਿਸਾਨ ਮਜ਼ਦੂਰ ਨਹੀਂ ਹੈ, ਟ੍ਰੇਡ ਯੂਨੀਅਨਿਸਟ ਹੋ ਸਕਦੇ ਆ, ਇੰਟੈਲੈਕਚੁਅਲ ਹੋ ਸਕਦੇ ਆ, ਕਿਸੇ ਨੌਜਵਾਨ, ਔਰਤਾਂ, ਇਹ ਸਾਰੇ ਬਹੁਤ ਬੰਦੇ ਹੈਗੇ ਆ ਜਿਹੜੇ ਇੱਕ ਵਾਰੀ ਦੇਖੋ ਆਮ ਆਦਮੀ ਪਾਰਟੀ ਦੀ ਮੂਵਮੈਂਟ 'ਚ ਕਿੰਨਾ ਉਛਾਲ ਆਇਆ ਸੀ, ਬੜੇ ਚੰਗੇ ਚੰਗੇ ਬੰਦੇ ਆਏ, ਸਾਨੂੰ ਪਤਾ ਹੀ ਨਹੀਂ ਸੀ ਕਿ ਪੰਜਾਬ ਦੇ ਅੰਦਰ ਇੰਨੇ ਵਧੀਆ ਵਧੀਆ ਬੰਦੇ ਬੈਠੇ ਆ। ਜੇ ਕਾਲ ਦੇਣ ਕਿ ਤੁਸੀਂ ਪੰਜਾਬ ਦੀ ਰਾਜਨੀਤੀ ਨੂੰ ਸਾਂਭੋ, ਅਸੀਂ ਦਿੱਲੀ ਦਾ ਬਾਰਡਰ ਤੇ ਕੇਂਦਰੀ ਸਰਕਾਰ ਨੂੰ ਸਾਂਭਦੇ ਆ, ਇਸ ਕਿਸਮ ਦੀ ਡਿਵੀਜ਼ਨ ਆਫ ਲੇਬਰ ਕੀਤੀ ਜਾ ਸਕਦੀ ਆ ਤੇ ਉਸ ਦੋਸ਼ ਤੋਂ ਵੀ ਉਸ ਬਚਿਆ ਜਾ ਸਕਦਾ ਤੇ ਉਸ ਧਰਮ ਸੰਕਟ ਚੋਂ ਵੀ ਬਾਹਰ ਆਇਆ ਜਾ ਸਕਦਾ। ਮੇਰਾ ਖਿਆਲ ਹੈ ਕਿ ਇਟਸ ਹਾਈ ਟਾਈਮ, ਬਹੁਤ ਦਬਾਅ ਲਗਾਤਾਰ ਸੁਖਵਿੰਦਰ ਇਸ ਗੱਲ ਦਾ ਬਣ ਰਿਹਾ ਆ, ਰੋਜ਼ ਦੀ ਰੋਜ਼ ਸਾਨੂੰ ਬੜਾ ਕੋਈ ਨਾ ਕੋਈ ਸੁਣਨ ਨੂੰ ਮਿਲ ਰਿਹਾ ਤੇ ਸਾਡੇ ਕੋਲ ਇਹੀ ਇੱਕ ਸੁਝਾਅ ਕਿਸਾਨ ਵੀਰਾਂ ਲਈ ਹੈਗਾ ਕਿ ਜੇ ਉਹ ਠੀਕ ਸਮਝਣ ਤਾਂ ਉਹ ਕੁਝ ਬੰਦਿਆਂ ਦੀ ਕੋਈ ਸਰਚ ਕਮੇਟੀ ਬਣਾ ਦੇਣ, ਜੇ ਹੋਰ ਕੁਝ ਨਹੀਂ ਤੇ 21 ਬੰਦੇ ਨਾਮਜ਼ਦ ਕਰ ਦੇਣ ਆਪਣੀ ਮਰਜ਼ੀ ਦੇ ਨਾਲ, ਜਿਸ ਤਰ੍ਹਾਂ ਵੀ ਪੋਸੀਬਲ ਆ ਕਿ ਉਹ 21 ਬੰਦੇ ਜਿਹੜੇ ਸਾਰੇ ਪੰਜਾਬ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਸਕਰੀਨਿੰਗ ਸ਼ੁਰੂ ਕਰ ਦੇਣ ਤੇ ਉਹ ਸਰਚ ਕਮੇਟੀ ਬਣ ਜਾਏ, ਤਾਂ ਕਿ ਜਿਹੜਾ ਜਨ ਅੰਦੋਲਨ ਆ ਉਹਦਾ ਅਲਟੀਮੇਟ ਉਸ ਸੱਤਾ ਤੇ ਕਬਜ਼ਾ ਹੋਏ ਜਿੱਥੋਂ ਸਾਰੇ ਨੁਕਸ ਪੈ ਰਹੇ ਆ, ਤਾਂ ਕਿ ਅਸੀਂ ਜਿਹੜੀ ਜਨਨੀ ਆ ਸਾਰੇ ਨੁਕਸਾਂ ਦੀ ਉੱਥੇ ਆਪਾਂ ਪਲੱਗ ਕਰੀਏ, ਉੱਥੇ ਉਸ ਨੂੰ ਰੋਕ ਪਾਈਏ, ਔਰ ਉਹ ਹੈ ਸਟੇਟ ਦੀ ਸੱਤਾ, ਰਾਜ ਜਿਹੜੀ ਸਟੇਟ ਦੀ ਗਵਰਨਮੈਂਟ, ਤੇ ਉੱਥੇ ਅੰਦਰ ਜਾਣਗੇ ਚੰਗੇ ਬੰਦੇ ਜਾਣਗੇ ਤੇ ਮੈਨੂੰ ਪੱਕਾ ਪਤਾ ਹੈ, ਮੈਨੂੰ ਪੂਰਾ ਭਰੋਸਾ ਹੈ ਇਸ ਗੱਲ ਦਾ ਕਿ ਅਸੀਂ ਕਾਫੀ ਹੱਦ ਤੱਕ ਸ਼ੁਰੂਆਤੀ ਦੌਰ ਦੇ ਵਿੱਚ ਜਿਹੜੀਆਂ ਅੱਜ ਮੁਸ਼ਕਲਾਂ ਕਿਸਾਨ, ਮਜ਼ਦੂਰ, ਨੌਜਵਾਨ, ਹੋਰ ਸਾਡੇ ਇੰਸਟੀਟਿਊਸ਼ਨ ਉਹਨਾਂ ਦੇ ਵਿੱਚ ਦਰਪੇਸ਼ ਹੈਗੀਆਂ, ਉਹਨਾਂ ਦਾ ਕਾਫੀ ਹੱਦ ਤੱਕ ਅਸੀਂ ਹੱਲ ਕਰ ਸਕਦੇ ਹਾਂ। ਹਾਂਜੀ ਸੁਖਵਿੰਦਰ। ਪ੍ਰੋਫੈਸਰ ਸਾਹਿਬ, ਜਿਵੇਂ ਗੱਲ ਹੁੰਦੀ ਹੈ ਕਿ ਆਪਾਂ ਸ਼ੁਰੂ ਤੋਂ ਪਹਿਲਾਂ ਤੋਂ ਵੀ ਦਲਿਤਾਂ ਦੇ ਪੱਖ 'ਚ ਜਾਂ ਗਰੀਬ ਕਿਰਤੀਆਂ ਦੇ ਪੱਖ ਦੇ ਵਿੱਚ ਅਸੀਂ ਗੱਲ ਕਰਦੇ ਹਾਂ, ਉਹਦੇ ਅਸਰ ਵੀ ਥੋੜੇ ਬਹੁਤੇ ਨਜ਼ਰ ਆ ਰਹੇ ਨੇ ਦੇਖਣ ਨੂੰ। ਚਾਹੀਦਾ ਇਹ ਨਹੀਂ ਕਿ ਉਹਨਾਂ ਨੂੰ ਵੀ ਥੋੜਾ ਮਜ਼ਬੂਤ ਕਰਕੇ ਨਾਲ ਰੱਖਿਆ ਜਾਵੇ ਤਾਂ ਕਿ ਤੁਹਾਡੀ ਵੀ ਜਿਹੜੀ ਮਜ਼ਬੂਤੀ ਵਧੇ, ਤੁਸੀਂ ਕਿਰਤੀਆਂ ਨੂੰ ਪਿੰਡਾਂ ਦੇ ਵਿੱਚ ਉਹਨਾਂ ਨੂੰ ਉਹ ਸਥਾਨ ਦਿਓ ਜਿਹੜਾ ਬਣਦਾ ਹੈ, ਉਹਨਾਂ ਨੂੰ ਦਲਿਤ ਭਾਈਚਾਰੇ ਨੂੰ, ਉਸ ਗਰੀਬ ਤਬਕੇ ਨੂੰ, ਉਹਨਾਂ ਨੂੰ ਆਪਣੇ ਨਾਲ ਬਰਾਬਰ ਲਿਆ ਕੇ ਬਿਠਾਓ ਤਾਂ ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਹਾਂ ਬਰਾਬਰ ਤਾਂ ਇਹਨੂੰ ਕਹਿੰਦੇ ਨੇ, ਅਸੀਂ ਇਹਦੇ ਤੋਂ ਜਿਹੜਾ ਕੋਹਾਂ ਦੂਰ ਰਹੇ, ਜੇ ਸਾਨੂੰ ਵਾਂਝੇ ਰੱਖਿਆ ਗਿਆ ਤੇ ਹੁਣ ਸਾਨੂੰ ਜੇ ਨਾਲ ਰਹਿ ਕੇ ਚੱਲ ਰਹੇ ਨੇ ਤਾਂ ਅਸੀਂ ਵੀ ਸਮਝੀਏ ਕਿ ਸਾਡਾ ਰੋਲ ਕੀ ਹੋ ਸਕਦਾ ਹੈ। ਦੇਖੋ ਜਦੋਂ ਅਸਲ ਮਾਨਿਆਂ 'ਚ ਜਿਹਨੂੰ ਜਨ ਅੰਦੋਲਨ ਕਹਿੰਦੇ ਆ ਅਸੀਂ, ਤੇ ਜੇ ਉਹ ਜਨ ਅੰਦੋਲਨ ਹੈ ਤਾਂ ਫਿਰ ਜਨ ਦੇ ਵਿੱਚ ਤੇ ਦਲਿਤ ਵੀ ਆਉਂਦੇ ਆ, ਔਰਤਾਂ ਵੀ ਆਉਂਦੇ, ਸ਼ਹਿਰੀ ਲੋਕ ਵੀ ਆਉਂਦੇ ਆ, ਹੋਰ ਬਹੁਤ ਸਾਰੇ ਕਿਸਮ ਦੇ ਕਾਰੋਬਾਰੀ ਵੀ ਆਉਂਦੇ ਆ, ਬੇਰੁਜ਼ਗਾਰ ਵੀ ਆਉਂਦੇ ਆ, ਟੀਚਰ ਵੀ। ਇਸ ਸਾਰਿਆਂ ਨੂੰ ਹੀ ਮੇਰਾ ਤੇ ਇਹੀ ਕਹਿਣਾ ਹੈ ਕਿ ਨਾਲ ਰੱਖਣ ਦੀ ਲੋੜ ਹੈ। ਪਰ ਜਿਹੜਾ ਤੁਸੀਂ ਮੁੱਦਾ ਪੁਆਇੰਟਡ ਰੇਜ਼ ਕੀਤਾ, ਇਹ ਬਹੁਤ ਇੰਪੋਰਟੈਂਟ ਹੈਗਾ, ਕਿਉਂਕਿ ਪਿੰਡਾਂ ਦਾ ਢਾਂਚਾ ਇੰਜ ਬਣਾ ਦਿੱਤਾ ਗਿਆ ਜਿਹਦੇ ਵਿੱਚ ਜਿਨ੍ਹਾਂ ਦੇ ਕੋਲ ਜ਼ਮੀਨ ਦਾ ਕਬਜ਼ਾ ਹੈਗਾ, ਖਾਸ ਕਰ ਜਿਸ ਤਰ੍ਹਾਂ ਜੱਟ ਭਾਈਚਾਰਾ ਹੈ, ਉਹਨਾਂ ਕੋਲ ਬਾਈ ਐਂਡ ਲਾਰਜ ਜ਼ਮੀਨ ਆ, ਰਾਜਪੂਤਾਂ ਕੋ ਹੈ, ਕੁਝ ਗੁੱਜਰਾਂ ਕੋ, ਸੈਣੀਆਂ ਕੋ, ਕੰਬੋਜ ਕੋਲ, ਇਸ ਕਿਸਮ ਦੀਆਂ ਬਰਾਦਰੀਆਂ ਕੋਲ, ਕਿਸੇ ਕੋ ਘੱਟ ਆ ਕਿਸੇ ਕੋ ਜ਼ਿਆਦਾ, ਪਰ ਇਹਨਾਂ ਕੋਲ ਜ਼ਮੀਨਾਂ ਹੈ। ਪਰ ਜਿੱਥੋਂ ਤੱਕ ਦਲਿਤ ਭਾਈਚਾਰਾ ਬਾਈ ਐਂਡ ਲਾਰਜ ਉਹਨਾਂ ਕੋਲ ਜ਼ਮੀਨਾਂ ਨਹੀਂ ਹੈਗੀਆਂ, ਔਰ ਗਰੀਬੀ ਕਰਕੇ ਉਹ ਕਿਤੇ ਬਾਹਰ ਵੀ ਨਹੀਂ ਜਾ ਸਕਦੇ, ਜੇ ਜਾਂਦੇ ਆ ਤੇ ਗਲਫ 'ਚ ਜਾਂਦੇ ਆ, ਬਹੁਤੇ ਉਹਨਾਂ ਨੂੰ ਲੁੱਟ ਖਸੁੱਟ ਕਰਦੇ ਆ। ਕਈਆਂ ਨੇ ਥੋੜਾ ਬਹੁਤ ਆਪਣਾ ਸਟੇਟਸ ਠੀਕ ਕੀਤਾ ਦੁਆਬੇ ਦੇ ਦਲਿਤ ਭਾਈਚਾਰੇ ਨੇ, ਪਰ ਮਾਲਵੇ ਤੇ ਮਾਝੇ ਦਾ ਅਜੇ ਬਹੁਤ ਪਛੜਾਪਣ, ਬੜਾ ਬੁਰਾ ਹਾਲ ਆ। ਜੇ ਅਸੀਂ ਸਿੱਖ ਹੋਣ ਦੇ ਨਾਤੇ, ਪੰਜਾਬੀ ਹੋਣ ਦੇ ਨਾਤੇ, ਕਿਸਾਨ ਹੋਣ ਦੇ ਨਾਤੇ ਆਪਣੇ ਗੁਆਂਢ 'ਚ ਲੋਕਾਂ ਦੀ ਗੁਰਬਤ ਨੂੰ ਐਡਰੈਸ ਨਹੀਂ ਕਰਦੇ, ਉਸ ਦਾ ਕੋਈ ਹੱਲ ਨਹੀਂ ਕਰਦੇ, ਉਹਦੇ ਨਾਲ ਅਸੀਂ ਆਪਣੀ ਸਦਭਾਵਨਾ ਨੂੰ ਪੱਕਾ ਕਰਕੇ ਉਹਦੀਆਂ ਮੁਸ਼ਕਲਾਂ ਨਾਲ ਆਪਣੇ ਆਪ ਨੂੰ ਨਹੀਂ ਜੋੜਦੇ, ਤਾਂ ਫਿਰ ਮੈਨੂੰ ਲੱਗਦਾ ਕਿ ਸਾਡੀਆਂ ਗੱਲਾਂ ਓਪਰੀਆਂ ਆ। ਔਰ ਜਿਹੜੇ ਵੀ ਅਸੀਂ ਹੁਣ ਸਾਨੂੰ ਇਸ ਗੱਲ ਦੀ ਮਜ਼ਬੂਤੀ ਮਿਲੀ ਹੈ, ਇੱਕ ਉਮੀਦ ਮਿਲੀ ਹੈ, ਇੱਕ ਭਰੋਸਾ ਮਿਲਿਆ, ਉਹ ਬਹੁਤ ਦੇਰ ਤੱਕ ਨਹੀਂ ਚੱਲੂਗਾ ਜੇ ਅਸੀਂ ਇਹੋ ਜਿਹੇ ਜਿਹੜੇ ਮਸਲੇ ਹੈ, ਅੱਜ ਵੀ ਭਾਵੇਂ ਬਹੁਤ ਹੀ ਬਿਰਲਾਵਾਂਜਾ ਹੋ ਸਕਦਾ ਕਿਸੇ ਦੀਆਂ ਸ਼ਰਾਰਤਾਂ ਹੀ ਹੋਣ, ਪਿਛਲੀ ਵਾਰੀ ਉਹ ਜ਼ਿਆਦਾ ਸੀ, 27 ਪਿੰਡ ਸੀ ਜਿੱਥੇ ਇੰਜ ਕਿਹਾ ਗਿਆ ਕਿ ਨਹੀਂ ਜੀ, ਗੁਰਦੁਆਰਿਆਂ ਵਿੱਚੋਂ ਵੀ ਕਈ ਜਗ੍ਹਾ ਤੇ ਕਿਹਾ ਗਿਆ ਕਿ ਜਿਹੜਾ ਦਲਿਤ ਭਾਈਚਾਰਾ ਉਹ ਧਾਨ ਦੀ ਲਵਾਈ, ਝੋਨੇ ਦੀ ਲਵਾਈ ਦੀ ਜ਼ਿਆਦਾ ਮਿਹਨਤਾਨਾ ਮੰਗ ਰਿਹਾ। ਭਾਈ ਜੇ ਅਸੀਂ MSP ਹਮੇਸ਼ਾ ਜ਼ਿਆਦਾ ਮੰਗਦੇ ਹਾਂ, ਸਾਡੇ ਜਦੋਂ ਵੀ ਆ ਹੁਣ 72 ਰੁਪਏ ਵਧੀਆ, ਤੇ ਸਾਨੂੰ ਲੱਗਦਾ ਇਹ ਬਹੁਤ ਥੋੜੀ ਹੈ, ਤੇ ਉਹਨਾਂ ਦਾ ਵੀ ਤੇ ਉਹ ਸਾਡੇ ਤੇ ਹੀ ਗੁਜ਼ਾਰਾ ਹੋਣਾ। ਤੇ ਜੇ ਉਹ ਪਰ ਏਕੜ 1000 ਰੁਪਇਆ ਜ਼ਿਆਦਾ ਵੀ ਲੈ ਲਿਆ, ਤੇ ਆਪਾਂ ਉਹੋ ਹੀ ਜ਼ੋਰ ਸਰਕਾਰ ਵੱਲੋਂ ਲਾਈਏ MSP ਜ਼ਿਆਦਾ ਲੈਣ ਲਈ, ਉਹਨਾਂ ਨੂੰ ਨਾਲ ਲੈ ਕੇ ਲਾਈਏ।
ਸੋ ਤੁਹਾਡੀ ਗੱਲ ਬਿਲਕੁਲ ਮੈਂ ਸਹਿਮਤ ਹਾਂ ਕਿ ਸਾਨੂੰ ਪਿੰਡ ਪੱਧਰ ਤੇ ਆਪਣਾ ਏਕਾ ਮਜ਼ਬੂਤ ਰੱਖਣਾ ਚਾਹੀਦਾ। ਏਕਾ ਮਜ਼ਬੂਤ ਤਾਂ ਹੋਊਗਾ ਕਿ ਜਿਹੜੀ ਗੈਰ ਭਰੋਸਗੀ ਜਾਂ ਦਲਿਤ ਸਮੁਦਾਇ ਦੇ ਪਾਰਟ ਦੇ ਉੱਤੇ ਇੱਕ ਸ਼ੰਕੇ ਦੀ ਨਿਗਾਹ ਰਹਿੰਦੀ ਹੈ ਕਿ ਜਦੋਂ ਜਦ ਤੱਕ ਸਾਡੇ ਕੋਲੋਂ ਕੰਮ ਲੈਣਾ ਉਦੋਂ ਤੱਕ ਸਾਡੇ ਨਾਲ ਮਿੱਠੇ ਪਿਆਰੇ ਹੋਣਗੇ, ਪਰ ਬਾਅਦ ਵਿੱਚ ਹੋ ਸਕਦਾ ਉਹਨਾਂ ਨੂੰ ਸ਼ੰਕਾ ਰਹਿੰਦਾ ਕਿ ਸਾਨੂੰ ਉਹ ਜਿਹੜਾ ਪੁਰਾਣਾ ਸਦੀਆਂ ਦਾ ਉਹਨਾਂ ਦਾ ਜ਼ਿੰਦਗੀ ਦਾ ਜੀਵਨ ਦਾ ਤਜਰਬਾ ਕਿ ਉਸ ਤਰੀਕੇ ਨਾਲ ਕੋਈ ਲਤਾੜਨ ਵੱਲ ਆਉਣਗੇ, ਸਾਨੂੰ ਦਰਕਾਰਨ ਵੱਲ ਆਉਣਗੇ। ਇਹ ਜਿਹੜੀ ਚੀਜ਼ ਚੋਂ ਉਹਨਾਂ ਨੂੰ ਬਾਹਰ ਕੱਢ ਕੇ ਇੱਕ ਭਾਈਚਾਰਾ ਇਹਨੂੰ ਮਜ਼ਬੂਤ ਕਰਨਾ, ਤੇ ਭਾਈਚਾਰਾ ਤਾਂ ਹੀ ਹੁੰਦਾ ਜੇ ਅਸੀਂ ਬਰਾਬਰਤਾ ਦਾ, ਬਰਾਬਰ ਦੀ ਇੱਜ਼ਤ ਮਾਣ ਦਾ ਔਰ ਇਕੁਇਟੀ ਦਾ ਪ੍ਰਿੰਸੀਪਲ ਉੱਥੇ ਲੈ ਕੇ ਆਵਾਂਗੇ। ਜਿਹਦਾ ਮਤਲਬ ਇਹ ਨਹੀਂ ਕਿ ਤੁਸੀਂ ਸਾਰਿਆਂ ਨੂੰ ਇੱਕਦਮ ਬਰਾਬਰ ਕਰ ਪਾਓਗੇ, ਪਰ ਫਿਰ ਵੀ ਜਿਹਦਾ ਜਿੰਨਾ ਬਣਦਾ ਉਸ ਨੂੰ ਰਿਸਪੈਕਟਫੁਲੀ ਇੱਜ਼ਤ ਮਾਣ ਦੇ ਨਾਲ ਦਿੱਤਾ ਜਾਏ ਤੇ ਉਹ ਵੀ ਇੱਕ ਆਪਣੇ ਆਪ 'ਚ ਸ਼ੁਰੂਆਤੀ ਦੌਰ ਵਿੱਚ ਕਾਫੀ ਤੁਹਾਡੀਆਂ ਗੱਲਾਂ ਦਾ ਜਵਾਬ ਵੀ ਆ ਸਕਦਾ। ਤੇ ਜਿਹੜਾ ਸਾਡੇ ਵਿੱਚ ਇੱਕ ਖਾਈ ਪਈ ਰਹਿੰਦੀ ਹੈ ਕਿ ਆਹ ਤੇ ਜੀ ਠੱਠੀ ਹੈ, ਜਾਂ ਆਹ ਜੀ ਵਿਹੜਾ ਆ, ਆਹ ਜੀ ਦਲਿਤ ਹੈਗੇ ਆ, ਆਹ ਸਵਰਨ ਹੈਗੇ ਆ, ਆਹ ਦੂਸਰੇ ਹੈਗੇ ਆ, ਇਹ ਸਾਰੇ ਜਿਹੜੇ ਵਖਰੇਵੇਂ ਪਏ ਆ ਉਹਦੇ ਵਿੱਚ ਇੱਕ ਬ੍ਰਿਜ ਜ਼ਰੂਰ ਬਣਦਾ ਆ। ਇਹ ਨੇੜਤਾ ਆਉਂਦੀ ਹੈ ਜਿਹੜੀ ਅੱਜ ਦੀ ਤਰੀਕ 'ਚ ਆਈ ਹੈ, ਉਹ ਬਚੂਗੀ ਤਾਂ ਜੇ ਜੋ ਵੀ ਲੋਕ, ਭਾਵੇਂ ਉਹ ਜੱਟ ਜ਼ਿਮੀਂਦਾਰ ਆ, ਭਾਵੇਂ ਹੋਰ ਵੀ ਕੋਈ ਸਮੁਦਾਇ ਹੋਣ, ਜਿਨ੍ਹਾਂ ਦੇ ਕਰਕੇ ਕੁਝ ਲੋਕ ਗਰੀਬ ਹੈ। ਮੈਂ ਇਹ ਵੀ ਕਹੂੰਗਾ ਕਿਉਂ ਕਰਕੇ ਹੈ ਕਿ ਜੇ ਕਿਤੇ ਪੈਸਾ ਜ਼ਿਆਦਾ ਜਾਂਦਾ ਤੇ ਇਸੇ ਕਰਕੇ ਕਿਤੇ ਘੱਟ ਰਹਿੰਦਾ, ਤੇ ਇਸ ਕਰਕੇ ਕਿਤੇ ਪੈਸਾ ਬਹੁਤ 1% ਲੋਕਾਂ ਕੋਲ ਬਹੁਤ ਪੈਸਾ, ਉਹਦੇ 'ਚ ਲੋਕਾਂ ਦੀ ਵੀ ਭਾਈਵਾਲੀ ਸੀ, ਲੋਕਾਂ 'ਚ ਵੀ ਸਾਂਝ, ਉਹ ਇਕੱਠਾ ਕਰਕੇ ਲੈ ਗਏ ਤੇ ਲੈ ਗਏ, ਹੁਣ ਉਹ ਪਛਾਣਦੇ ਨਹੀਂ। ਇਸ ਲਈ ਜਿਹੜੇ ਕੋਲ ਜ਼ਿਆਦਾ ਸਾਧਨ ਆ, ਸਾਧਨ ਸੰਪਨ ਆ, ਉਹਦੀ ਆਟੋਮੈਟਿਕਲੀ ਜ਼ਿੰਮੇਵਾਰੀ ਬਣਦੀ ਹੈ ਕਿ ਜਿਹੜਾ ਪਿੱਛੇ ਰਹਿ ਗਿਆ, ਪਛੜ ਗਿਆ, ਗਿਰ ਗਿਆ, ਕਮਜ਼ੋਰ ਰਹਿ ਗਿਆ, ਉਸ ਨੂੰ ਬਾਂਹ ਫੜ ਕੇ ਨਾਲ ਲੈ ਕੇ ਚੱਲਿਆ ਜਾਏ, ਕਿਉਂਕਿ ਉਸ ਵਿੱਚ ਉਹਦਾ ਭਲਾ ਤੇ ਹੈ ਹੀ ਹੈ, ਜਿਹੜਾ ਉਹਨੂੰ ਉਠਾ ਰਿਹਾ ਉਹਦਾ ਵੀ ਬਹੁਤ ਭਲਾ ਹੈ। ਕਿਉਂਕਿ ਜੇ ਗਵਾਂਢ ਮੱਥੇ ਤੁਹਾਡੇ ਚੰਗੇ ਲੋਕ ਰਹਿੰਦੇ, ਤੁਹਾਡਾ ਉਹਦੇ 'ਚ ਭੇਦਭਾਵ ਨਹੀਂ ਹੈ, ਭਾਈਚਾਰਾ ਮਜ਼ਬੂਤ ਹੈ, ਤੁਸੀਂ ਇੱਕ ਦੂਜੇ ਦੇ ਕੰਮ ਆਉਂਦੇ ਆ, ਇੱਕ ਦੂਜੇ ਦੇ ਸ਼ਾਦੀਆਂ ਵਿਆਹਾਂ ਤੇ ਜਾਂਦੇ ਆ, ਇੱਕ ਦੂਜੇ ਦੀ ਖੁਸ਼ੀਆਂ ਗਮੀਆਂ 'ਚ ਤੁਸੀਂ ਸ਼ਰੀਕ ਹੁੰਦੇ ਆ, ਜੇ ਇਸ ਕਿਸਮ ਦਾ ਸੁਸਾਇਟੀ ਹੋਊਗੀ ਤਾਂ ਉਹਦਾ ਫਾਇਦਾ ਜਿਹੜੇ ਪਾਵਰਫੁਲ ਲੋਕ ਆ, ਜਿਹੜੇ ਸੱਤਾ 'ਚ ਲੋਕ ਆ, ਉਹਨਾਂ ਨੂੰ ਸਭ ਤੋਂ ਪਹਿਲਾਂ ਹੁੰਦਾ। ਇਸ ਲਈ ਇਸੇ ਕਰਕੇ ਉਹਨਾਂ ਦੀ ਜ਼ਿੰਮੇਵਾਰੀ ਸਭ ਤੋਂ ਜ਼ਿਆਦਾ ਬਣਦੀ ਹੈ। ਹਾਂਜੀ, ਬਿਲਕੁਲ ਬਿਲकुल ਬਿਲकुल। ਵੈਸੇ ਕੁਝ ਵੀ ਨਾਮੁਮਕਿਨ ਤਾਂ ਨਹੀਂ ਹੁੰਦਾ, ਪਰ ਫਿਰ ਵੀ ਉਮੀਦ ਕਰਦੇ ਹਾਂ ਕਿ ਸ਼ਾਇਦ ਇਹ ਧੜੇਬੰਦੀ ਜਿਹੜੀ ਪਿੰਡਾਂ ਦੇ ਵਿੱਚ ਹੈ ਜਾਂ ਜਾਤ ਪਾਤ ਦਾ ਜਿਹੜਾ ਰੌਲਾ ਪੈਂਦਾ, ਸ਼ਾਇਦ ਉਹਦੇ ਤੇ ਥੋੜੀ ਬਹੁਤ ਨੱਥ ਪਵੇ, ਲੋਕ ਸਮਝਣ, ਸਮਾਂ ਲੱਗੇਗਾ ਇਹਨਾਂ ਚੀਜ਼ਾਂ ਨੂੰ। ਆਖਰੀ ਸਵਾਲ ਹੈ ਪ੍ਰੋਫੈਸਰ ਸਾਹਿਬ, ਨਤਾਸ਼ਾ ਨਰਵਾਲ ਤੇ ਉਸਦੇ ਸਾਥੀਆਂ ਨੂੰ ਆਖਰਕਾਰ ਰਿਹਾ ਕਰਨਾ ਹੀ ਪਿਆ, ਏਦਾਂ ਕਹਿ ਸਕਦੇ ਆ, ਪਰ ਉਹਨੇ ਬਹੁਤ ਸਿੱਖਣ ਨੂੰ ਵੀ ਦਿੱਤਾ, ਬਹੁਤ ਕੁਝ ਸਬਕ ਦਿੱਤਾ, ਆਮ ਲੋਕਾਂ ਨੂੰ ਬੜੀ ਮਾਨਸਿਕ ਤੌਰ ਦੇ ਉੱਤੇ ਮਜ਼ਬੂਤ ਕੀਤਾ, ਪਰ ਸ਼ਾਇਦ ਸਰਕਾਰਾਂ ਨੇ ਇਸ ਤੋਂ ਸਬਕ ਨਹੀਂ ਲਿਆ। ਮੈਂ ਬਰੀਫ 'ਚ ਦੱਸਾਂ ਕਿ ਜਿਹੜਾ ਅਨਲੌਫੁਲ ਐਕਟੀਵਿਟੀਜ਼ ਪ੍ਰੀਵੈਂਸ਼ਨ ਐਕਟ, ਜਿਹਨੂੰ ਊਪਾ ਕਹਿੰਦੇ ਆ ਜਾਂ UAPA ਕਹਿੰਦੇ ਆ, ਇਹ ਇੱਕ ਬਹੁਤ ਹੀ ਖੂੰਖਾਰ ਕਿਸਮ ਦਾ ਭਿਆਨਕ, ਜਿਹਨੂੰ ਡਰੈਕੋਨੀਅਨ ਕਹਿੰਦੇ ਆ, ਉਹੋ ਜਿਹਾ ਕਾਨੂੰਨ ਬਣਾਇਆ ਜਿਹਦੇ ਵਿੱਚ ਕੋਈ ਵੀ ਸਿਵਲ ਰਾਈਟ ਐਕਟਿਵਿਸਟ, ਜੇ ਤੁਸੀਂ ਮਾੜਾ ਜਿਹਾ ਵੀ ਕਿਸੇ ਕਿਸਮ ਦੀ ਆਪਣੀ ਵਿਰੋਧੀ ਆਵਾਜ਼ ਸਟੇਟ ਦੇ ਕੱਢੋਗੇ ਤਾਂ ਉਹਦੀਆਂ ਇੰਨੇ ਇਹੋ ਜਿਹੇ ਪ੍ਰਾਵਧਾਨ ਕਰਤੇ ਗਏ ਆ, ਪ੍ਰੋਵੀਜ਼ਨ ਕਰ ਦਿੱਤੇ ਗਏ ਆ ਕਿ ਪੁਲਿਸ ਦੀ ਇੱਕ ਮਾੜੀ ਜੀ ਰਿਪੋਰਟ ਚਾਹੀਦੀ ਹੈ, ਤੁਹਾਨੂੰ ਚੱਕ ਕੇ ਅੰਦਰ ਸੁੱਟ ਦੇਣਗੇ, ਕੋਈ ਦਲੀਲ ਨਹੀਂ, ਕੋਈ ਅਪੀਲ ਨਹੀਂ, ਉੱਥੇ ਬੈਠੇ ਗਲਦੇ ਰਹੋ। ਅੱਜ ਬੜੀਆਂ ਚਰਚਾਵਾਂ ਵੱਡੇ ਵੱਡੇ ਅਕੈਡਮੀਸ਼ੀਅਨ ਨੇ, ਇੰਟੈਲੈਕਚੁਅਲਸ ਨੇ ਉਹਦੇ ਤੇ ਲਿਖੀਆਂ, ਔਰ ਉਹ ਸਾਰਿਆਂ ਦੇ ਵਿੱਚ ਦਿੱਲੀ ਹਾਈ ਕੋਰਟ ਦੀਆਂ ਬਹੁਤ ਤਾਰੀਫਾਂ ਹੋਈਆਂ, ਜਿਨ੍ਹਾਂ ਨੇ ਆਪਣੇ ਆਰਗੂਮੈਂਟ ਦੇਸ਼ ਦੇ ਕਨਸਟੀਟਿਊਸ਼ਨ, ਪਰਟੀਕੁਲਰਲੀ ਜਿਹੜੀ ਧਾਰਾ 19 ਤੇ ਧਾਰਾ 21 ਚੋਂ ਲੈ ਕੇ ਜਿਹੜੇ ਸਾਡੇ ਮੁੱਢਲੇ ਅਧਿਕਾਰ ਆ ਕਨਸਟੀਟਿਊਸ਼ਨ 'ਚ ਹਰ ਸ਼ਹਿਰੀ ਨੂੰ ਮਿਲੇ ਹੋਏ, ਉਸ ਨੂੰ ਪ੍ਰਾਈਮੇਸੀ ਦੇ ਕੇ UAPA ਦੀ ਭਰਸਨਾ ਹੀ ਨਹੀਂ ਕੀਤੀ, ਉਸ ਨੂੰ ਉਹਦੇ ਤੇ ਚੈੱਕ ਲਾਇਆ ਕਿ ਇਹਨੂੰ ਇਸ ਤਰ੍ਹਾਂ ਨਾ ਖੁੱਲਾ ਛੱਡ ਦਿਓ। ਇਹਦਾ ਮਤਲਬ ਤੇ ਜਿਹੜਾ ਵੀ ਬੰਦਾ ਤੁਹਾਨੂੰ ਸਰਕਾਰ ਨੂੰ ਕ੍ਰਿਟਿਸਾਈਜ਼ ਕਰਦਾ, ਜਿਹੜਾ ਵੀ ਥੋੜਾ ਬਹੁਤ ਆਪਣੀ ਵਿਰੋਧੀ ਆਵਾਜ਼ ਚੁੱਕਦਾ, ਉਹ ਸਾਰੇ ਤੁਹਾਨੂੰ ਦੁਸ਼ਮਣ ਲੱਗਦੇ ਆ। ਤੁਸੀਂ ਕਿਸੇ ਨੂੰ ਵੀ ਜੇਲ੍ਹ 'ਚ ਸਾੜਨ ਲਈ ਸੁੱਟ ਦਿਓਗੇ, ਔਰ NIA ਦੀ ਇਨਵੈਸਟੀਗੇਸ਼ਨ ਜਿਹੜੀ ਹੈ, ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਰਾਹੀਂ, ਤੁਸੀਂ ਉਹਨੂੰ ਟੈਰਰਿਸਟ ਕਹਿ ਕੇ ਅੰਦਰ ਸੁੱਟ ਦਿਓਗੇ। 16 ਭੀਮਾ ਕੋਰੇਗਾਂਵ ਦੇ ਜਿਹੜੇ ਐਕਟਿਵਿਸਟ ਆ, ਉਹ ਪਹਿਲਾਂ ਹੀ ਦੇਖੋ ਜੇਲ੍ਹਾਂ ਦੇ ਵਿੱਚ ਛੱਡ ਰਹੇ, ਕੋਈ ਉਹਨਾਂ ਨੂੰ ਕਿੰਨੇ ਸਾਲ ਹੋ ਗਏ, 3 ਸਾਲ ਹੋ ਗਏ ਅਜੇ ਤੱਕ, ਔਰ ਉਹਦੇ 'ਚ ਚੰਗੇ ਚੰਗੇ ਇੰਟੈਲੈਕਚੁਅਲ ਲੋਕ ਆ, ਜਿਹਦੇ 'ਚ ਦਲਿਤ ਤੇਲ ਤੁੰਬੜੇ ਹੈਗੇ ਆ, ਉਹ ਦਲਿਤ ਇੰਟੈਲੈਕਚੁਅਲ ਬਹੁਤ ਨਾਮੀ ਖਾਮੀ ਦੇ, ਸੁਧਾ ਭਾਰਤਵਾਜ ਜਿਹੜੀ ਇੱਕ ਬਹੁਤ ਹੀ ਨਾਮੀ ਖਾਮੀ ਇਕਨੋਮਿਸਟ ਦੀ ਬੇਟੀ ਹੈਗੀ ਆ, ਉਹ ਇਕਨੋਮਿਸਟ ਨਹੀਂ ਰਹੇ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ, ਇਸ ਵਾਰ ਸੋਸ਼ਲ ਐਕਟਿਵਿਸਟ ਹੈ। ਨੌਲੱਖਾ ਜਿਹੜੇ ਇਕਨੋਮਿਕ ਐਂਡ ਪੋਲੀਟੀਕਲ ਵੀਕਲੀ ਦੇ ਵਿੱਚ ਕਿੰਨਾ ਚਿਰ ਲਿਖਦੇ ਰਹੇ ਆ, ਜਰਨਲਿਸਟ ਵੀ ਹੈ, ਥਿੰਕਰ ਹੈ,
ਚੰਗੇ ਚੰਗੇ ਬੰਦਿਆਂ 16 ਨੂੰ ਤੁਸੀਂ ਚੱਕ ਕੇ ਅੰਦਰ ਸੁੱਟਿਆ, ਗੱਲ ਨਹੀਂ ਕਿ ਟੈਰਰਿਸਟ ਆ ਜੀ, ਟੈਰਰਿਸਟ ਲਿੰਕ ਮਿਲ ਗਏ ਜੀ, ਔਰ ਉਹਨਾਂ ਦੇ ਕੰਪਿਊਟਰਾਂ ਦੇ ਵਿੱਚ ਤੁਸੀਂ ਫਾਲਸ ਮੇਲਾਂ ਪਾ ਕੇ ਧੱਕੇ ਨਾ ਕਰ ਰਹੇ, ਔਰ ਕੋਈ ਜਵਾਬਦੇਹੀ ਨਹੀਂ। ਇਹ ਟੈਂਡੈਂਸੀ ਨੂੰ ਰੋਕਣਾ ਬਹੁਤ ਜ਼ਰੂਰੀ ਹੈ, ਨਹੀਂ ਤੇ ਇਸ ਤੋਂ ਬਿਲਕੁਲ ਛੋਟਾ ਸਟੈਪ ਅੱਗੇ ਲਓਗੇ ਤੇ ਦੇਸ਼ ਦੇ ਵਿੱਚ ਫਾਸਿਜ਼ਮ ਆ ਜਾਊਗਾ, ਫਾਸੀਵਾਦ ਆ ਜਾਊਗਾ, ਏਕਾ ਅਧਿਕਾਰਵਾਦ ਆ ਜਾਊਗਾ, ਡੈਮੋਕ੍ਰੇਸੀ ਸਦਾ ਲਈ ਖਤਮ ਹੋ ਜਾਊਗੀ, ਕਨਸਟੀਟਿਊਸ਼ਨ ਇੱਕ ਰੱਦੀ ਦੀ ਟੋਕਰੀ 'ਚ ਸੁੱਟਤਾ ਜਾਊਗਾ। ਫਿਰ ਉਹ ਕੁਝ ਕੁ ਲੋਕ ਹੀ ਇਸ ਦੇਸ਼ ਤੇ ਰਾਜ ਕਰਨਗੇ ਤੇ ਆਮ ਲੋਕਾਂ ਦੀ ਕੋਈ ਆਵਾਜ਼ ਨਹੀਂ ਰਹੂਗੀ। ਇਸੇ ਹੀ ਲਾਈਟ ਦੇ ਵਿੱਚ ਇਹ ਜਿਹੜਾ ਇਹਨਾਂ ਦਾ ਰਿਹਾ ਹੋਣਾ, ਦਿੱਲੀ ਦੀ ਹਾਈ ਕੋਰਟ ਵੱਲੋਂ ਸਟੈਂਡ ਲੈ ਕੇ ਤਿੰਨਾਂ ਹੀ ਦੋ ਬੱਚੀਆਂ ਤੇ ਇੱਕ ਬੱਚੇ ਨੂੰ, JNU ਦੀਆਂ ਦੋ ਬੱਚੀਆਂ, ਇੱਕ ਔਰ ਜਾਮੀਆ ਮਿਲੀਆ ਦਾ ਇੱਕ ਬਾਲ ਬੱਚਾ, ਉਹਨਾਂ ਨੂੰ ਜਿਹੜਾ ਦਿੱਲੀ ਨਾਰਥ ਈਸਟ ਦੇ ਵਿੱਚ ਉਦੋਂ ਸੋ ਕਾਲਡ ਦੰਗੇ, ਮੈਂ ਤੇ ਕਹਿੰਦਾ ਪ੍ਰੋਗਰਾਮਡ ਸੀ ਸਾਰਾ ਕੁਝ ਉਹ ਹੋਏ, ਉਹਦੇ ਵਿੱਚ ਜਿਹੜਾ ਇਹਨਾਂ ਨੂੰ ਫੜ ਕੇ ਤੇ ਕਿਹਾ ਸੀ ਕਿ ਇਹਨਾਂ ਨੇ ਕਿਉਂ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਹੱਕ 'ਚ ਬੋਲੇ ਹੈਗੇ, ਉਹਨਾਂ ਨੇ ਨਿਕਲਦਿਆਂ ਸਾਰੀ ਕਿਹਾ ਕਿ ਅਸੀਂ ਫਿਰ ਮੂਵਮੈਂਟ ਸਿਰਾਂਗੇ, NRP ਔਰ CAA ਦੇ ਵਿੱਚ ਅਸੀਂ ਫਿਰ ਉਸੇ ਤਰੀਕੇ ਨਾਲ ਅੱਜ ਵੀ ਖੜੇ ਹਾਂ, ਗਾਂਹ ਤੋਂ ਵੀ ਖੜਾਂਗੇ, ਜੋ ਮਰਜ਼ੀ ਕਰੋ, ਜੇ ਸਾਨੂੰ ਜੇਲ੍ਹਾਂ ਸੁੱਟਣਾ ਸੁੱਟੋ। ਇਹ ਉਹਨਾਂ ਦੀ ਬਹਾਦਰੀ ਆ, ਉਹਨਾਂ ਨੂੰ ਦਾਦ ਦਿੰਦੇ ਆ, ਉਹਨਾਂ ਨੂੰ ਵਧਾਈ ਦਿੰਦੇ ਆ। ਔਰ ਹਾਈ ਕੋਰਟ ਨੂੰ, ਜਿਹੜੀ ਦਿੱਲੀ ਹਾਈ ਕੋਰਟ ਦੇ ਉਹ ਖਾਸ ਕਰਕੇ ਜੱਜ, ਉਹਨਾਂ ਨੂੰ ਵੀ ਵਧਾਈ ਦੇਣੀ ਬਣਦੀ ਹੈ, ਜਿਹੜੇ ਅੱਜ ਸਾਰੇ ਦੇਸ਼ ਵਿਦੇਸ਼ ਦੀ ਚਰਚਾ ਦਾ ਵਿਸ਼ਾ ਬਣਿਆ, ਜਿਨ੍ਹਾਂ ਨੇ ਸੰਵਿਧਾਨ ਚੇਤੇ ਕਰਾ ਕੇ ਇਸ ਸਰਕਾਰ ਦਾ ਨੱਕ 'ਚ ਦਮ ਕਰ ਦਿੱਤਾ, ਜਿਨ੍ਹਾਂ ਨੇ ਬਹੁਤ ਹੀ ਲੋਕ ਵਿਰੋਧੀ UAPA ਵਰਗੇ ਐਕਟ ਨੂੰ ਲੋਕਾਂ ਦੇ ਸਿਰ ਦੇ ਉੱਤੇ ਮੜ ਦਿੱਤਾ ਸੀਗਾ। ਹਾਂਜੀ ਬਿਲਕੁਲ, ਸ਼ੁਕਰੀਆ ਪ੍ਰੋਫੈਸਰ ਸਾਹਿਬ, ਧੰਨਵਾਦ। ਬਹੁਤ ਬਹੁਤ ਧੰਨਵਾਦ ਸੁਖਵਿੰਦਰ, ਤੁਹਾਡਾ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਮੇਰੇ ਨਾਲ ਮੌਜੂਦ ਸਨ ਸਿੱਧੇ ਸਵਾਲ ਪ੍ਰੋਗਰਾਮ ਸਿਆਸੀ ਨਾਲ ਪ੍ਰੋਫੈਸਰ ਮਨਜੀਤ ਸਿੰਘ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਲੋਕ ਰਾਣ ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ, ਧੰਨਵਾਦ।